This is a Red FM podcast. ਗੱਲ ਚੱਲਣੀ ਹੈ ਮੈਡੀਟੇਸ਼ਨ ਦੀ, ਭਗਤੀ ਦੀ, ਆਪਣੇ ਆਪ ਨਾਲ ਜੁੜਨ ਦੀ, ਸਪਿਰਚੁਅਲਿਜ਼ਮ ਦੀ। ਅੱਜ ਜਿਹੜੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਚੱਲਣੀਆਂ ਨੇ ਉਸ ਦੇ ਵਿੱਚ ਧਾਰਮਿਕ ਤੇ ਨਹੀਂ ਮੈਂ ਕਹਿ ਸਕਦਾ, ਪਰ ਡੈਫੀਨੇਟਲੀ ਇਹਦੇ 'ਚ ਸਪਿਰਚੁਅਲ ਗੱਲਾਂ ਬਾਤਾਂ ਭਾਰੂ ਰਹਿਣਗੀਆਂ। ਔਰ ਉਹਦੇ ਵਿੱਚ ਮੈਡੀਟੇਸ਼ਨ ਦੇ ਵਿੱਚ ਆਪਣੇ ਆਪ ਨੂੰ ਇਕਾਗਰ ਕਰਕੇ ਮਨ ਨੂੰ ਆਪਣੇ ਆਪ ਨਾਲ ਜੁੜਨ ਲਈ ਤੇ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਪਰਮਿੰਦਰ ਸੋਹਲ ਜੀ ਵਿਕਟੋਰੀਆ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਹਨ। ਔਰ ਉਹ ਸਾਨੂੰ ਦੱਸਣਗੇ ਕਿ ਉਹ, ਕਿਉਂਕਿ ਉਹਨਾਂ ਦੀ ਆਪਣੀ ਸੰਗਤ ਵੀ ਓਸ਼ੋ ਦੇ ਨਾਲ ਰਹੀ ਹੈ। ਔਰ ਆਚਾਰੀਆ ਰਜਨੀਸ਼ ਨੇ ਜਿੱਥੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਨੇ ਮੈਡੀਟੇਸ਼ਨ ਦੇ ਉੱਤੇ, ਉੱਥੇ ਖੁਦ ਵੀ ਉਹਨਾਂ ਨੇ ਮੈਡੀਟੇਸ਼ਨ ਕਰਕੇ ਦੂਜੇ ਲੋਕਾਂ ਨੂੰ ਸਿਖਾ ਕੇ ਤੇ ਇਸ ਦੇ ਨਾਲ ਜੋੜਿਆ ਸੀ। ਉਹਨਾਂ ਬਾਰੇ ਬਹੁਤ ਸਾਰੀਆਂ ਡਿਸਕਸ਼ਨਸ ਨੇ। ਇੱਕ ਦਰਅਸਲ ਡਾਕੂਮੈਂਟਰੀ ਫਿਲਮ ਵੀ ਹੈ ਵਾਈਲਡ ਕੰਟਰੀ ਨੈਟਫਲਿਕਸ ਤੇ, ਜਿਹੜੀ ਕਿ ਓਸ਼ੋ ਦੇ ਇਰਦ ਗਿਰਦ ਘੁੰਮਦੀ ਹੈ। ਉਹਦੇ 'ਚ ਕਈ ਕੰਟਰੋਵਰਸ਼ੀਅਲ ਗੱਲਾਂ ਵੀ ਨੇ ਔਰ ਹਮੇਸ਼ਾ ਹੀ ਕੰਟਰੋਵਰਸ਼ੀਅਲ ਵਿਅਕਤੀ ਰਹੇ, ਲੇਕਿਨ ਜਿਹੜੀਆਂ ਕੁਝ ਕੁ ਪੁਸਤਕਾਂ ਜਾਂ ਕੁਝ ਕੁ ਉਹਨਾਂ ਨੇ ਗੁਰਬਾਣੀ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਆ ਉਹਨਾਂ ਨੇ ਕਾਫੀ ਕੁਝ ਲਿਖਿਆ ਤੇ ਸਟੱਡੀ ਕੀਤੀ। ਦਰਅਸਲ ਜਿਹੜੇ ਰਜਨੀਸ਼ ਸਨ, ਡਾਕਟਰ ਰਜਨੀਸ਼, ਉਹ ਫਿਲਾਸਫੀ ਦੇ ਪ੍ਰੋਫੈਸਰ ਸਨ, ਫਿਲਾਸਫੀ ਪੜ੍ਹਾਉਂਦੇ ਸੀ ਪਹਿਲਾਂ। ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀਆਂ ਆਉਂਦੀਆਂ ਚਲੀਆਂ ਗਈਆਂ ਮੈਡੀਟੇਸ਼ਨ ਦੇ ਵਿੱਚ, ਮੈਡੀਟੇਸ਼ਨ ਤੋਂ ਬਾਅਦ ਹੋਰ ਕਈ ਜਿਹੜੇ ਜ਼ਿੰਦਗੀ ਜਿਉਣ ਦੇ ਵੱਖ-ਵੱਖ ਹੋਰ ਤਰੀਕੇ ਨੇ, ਸਲੀਕੇ ਨੇ, ਉਹਨਾਂ ਦੀ ਉਹਨਾਂ ਨੇ ਸਟੱਡੀ ਕੀਤੀ। ਸੋ ਅੱਜ ਉਹਨਾਂ ਦੀ ਗੱਲਬਾਤ ਵੀ ਚੱਲੇਗੀ ਤੇ ਪਰਮਿੰਦਰ ਸੋਹਲ ਜੀ ਸਾਨੂੰ ਦੱਸਣਗੇ ਕਿ ਇਹਨਾਂ ਦੀ ਐਸੋਸੀਏਸ਼ਨ ਉਹਨਾਂ ਨਾਲ ਕਿਵੇਂ ਰਹੀ ਅਤੇ ਉਹਨਾਂ ਨੇ ਕੀ ਸਿੱਖਿਆ, ਉਹ ਅੱਗੇ ਕੀ ਸਿਖਾ ਰਹੇ ਹਨ। ਮੌਤ ਦੇ ਬਾਰੇ ਵੀ ਇੱਕ ਉਹਨਾਂ ਦੀ ਫਿਲਾਸਫੀ ਰਹੀ ਕਿ ਇਹ ਇੱਕ ਬਹੁਤ ਵੱਡਾ ਭੁਲੇਖਾ, ਇਲੂਜ਼ਨ ਹੈ ਮੌਤ ਹੈ ਜਿਹੜੀ। ਹੋਰ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਦੀਆਂ ਵੱਖ-ਵੱਖ ਫਿਲਾਸਫੀਜ਼ ਨੇ, ਲੇਕਿਨ ਓਸ਼ੋ ਦੀ ਫਿਲਾਸਫੀ ਕੀ ਸੀ, ਪਰਮਿੰਦਰ ਸੋਹਲ ਜੀ ਇਹਨੂੰ ਕਿਵੇਂ ਵੇਖਦੇ ਹਨ, ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਪਰਮਿੰਦਰ ਸੋਹਲ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਆਇਆਂ ਨੂੰ, ਬਹੁਤ-ਬਹੁਤ ਸ਼ੁਕਰੀਆ ਥਿੰਦ ਸਾਹਿਬ, ਬਹੁਤ ਅੱਛੀ ਤਰ੍ਹਾਂ ਤੁਸੀਂ ਬਿਆਨ ਕੀਤਾ। ਥੈਂਕ ਯੂ। ਆਚਾਰਿਆ ਰਜਨੀਸ਼ ਬਾਰੇ ਤੁਹਾਡੀ ਕੀ ਐਸੋਸੀਏਸ਼ਨ ਰਹੀ ਉਹਨਾਂ ਦੇ ਨਾਲ ਤੇ ਕਦੋਂ ਤੋਂ ਤੁਸੀਂ ਉਹਨਾਂ ਨਾਲ ਜੁੜੇ ਸੀ? ਮੈਂ 7 ਸਾਲ ਉਹਨਾਂ ਦੇ ਨਾਲ ਰਿਹਾ। ਉਮਰ 14 ਦੀ ਈਦ ਵਿੱਚ ਮੈਂ ਘਰ ਤੋਂ ਨਿਕਲ ਗਿਆ ਸੀਗਾ। ਮੈਂ ਲੱਭ ਰਿਹਾ ਸੀ, ਮੈਂ ਇੱਕ ਦਰਗਾਹ ਦੇ ਵਿੱਚ ਰਹਿੰਦਾ ਹੁੰਦਾ ਸੀ ਉਸ ਟਾਈਮ ਤੇ, ਬਠਿੰਡੇ 'ਚ ਹੈ। ਤੇ ਉੱਥੇ ਫਿਰ ਭਗਵਾਨ ਦਾ ਇੱਕ ਪ੍ਰੋਗਰਾਮ ਆਇਆ ਸੀ ਦੂਰਦਰਸ਼ਨ ਵਿੱਚ, ਮੈਂ ਮ੍ਰਿਤੂ ਸਿਖਾਤਾ ਹੂੰ। ਜਦੋਂ ਮੈਂ ਉਹਨਾਂ ਨੂੰ ਦੇਖਿਆ, ਆਈ ਫਾਲ ਇਨ ਲਵ ਇਨ ਦ ਫਸਟ ਸਾਈਟ। ਉੱਥੋਂ ਜਰਨੀ ਸ਼ੁਰੂ ਹੋਈ। ਘਰ ਵਾਲੇ ਜਾਣ ਨਹੀਂ ਦਿੰਦੇ ਸੀ, ਫਿਰ ਵੀ ਮੈਂ ਉੱਥੇ ਚਲਾ ਗਿਆ। ਲੇਕਿਨ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਅਸਲ ਵਿੱਚ ਗੁਰੂ ਕੌਣ ਹੁੰਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਪ੍ਰਸਾਦ ਜਪ ਕੇ ਅਸੀਂ ਪੜ੍ਹਦੇ ਹਾਂ, ਉਹਦਾ ਕੀ ਮਤਲਬ ਹੈ ਔਰ ਗੁਰੂ ਤੁਹਾਡੇ ਲਈ ਕੀ ਕਰਦਾ ਹੈ, ਗੁਰੂ ਦੀ ਮਹਿਮਾ ਕੀ ਹੈਗੀ ਹੈ। ਇਸ ਲਈ ਅੱਜ ਥੋੜੀ ਬਹੁਤ ਗੱਲ ਕਰਾਂਗੇ ਉਸ ਤੇ। ਅੱਛਾ, ਵਿਜ਼ਨ ਕੀ ਸੀ ਦਰਅਸਲ ਓਸ਼ੋ ਦਾ? ਵਿਜ਼ਨ ਕੀ ਹੈ? ਤੁਸੀਂ ਉਹਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ? ਉਹ ਇਨਸਾਨ ਨੂੰ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਸੀ। ਉਹ ਇਹ ਸਮਾਜ, ਇਹ ਧਰਮ, ਇਹ ਗਿਲਟ, ਇਨ ਸਾਰਿਆਂ ਤੋਂ ਬਾਹਰ ਕੱਢਣ ਲਈ ਇੱਕ ਰਾਸਤਾ ਦੱਸਦੇ ਸੀ। ਉਹ ਕਹਿੰਦੇ ਸੀਗੇ, ਮੈਂ ਤੁਹਾਡੇ ਭੀਤਰ ਬੈਠੇ ਭਗਵਾਨ ਕੋ ਨਮਸਕਾਰ, ਮੈਂ ਤੁਹਾਡੇ ਅੰਦਰ ਉਹ ਪਰਮਾਤਮਾ, ਉਹ ਬੁੱਧ ਨੂੰ ਜਾਣਦਾ। ਤੁਸੀਂ ਭੁੱਲ ਗਏ ਹੋ ਤੁਸੀਂ ਕੌਣ ਹੋ, ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੇ ਹੋ, ਔਰ ਤੁਹਾਨੂੰ ਮੈਂ ਉਹ ਰਾਹ ਤੇ ਰਾਹਗੀਰ ਬਣਾ ਸਕਦਾ ਜੋ ਤੁਸੀਂ ਆਪਣੇ ਆਪ ਉਹ ਜੇ ਇੱਕ ਜੋਤ ਹੈ ਸੋਏ ਜਿਸਕੇ ਚਾਨਣ ਜਗ में ਚਾਨਣ ਹੋਏ ਨਾ, ਮੈਂ ਤੁਹਾਨੂੰ ਮਿਲਾ ਸਕਦਾ। ਤੁਸੀਂ ਮੇਰੇ ਕੋਲ ਆਓ ਔਰ ਇਸ ਦੀਪਕ ਨੂੰ ਜਲਾਓ ਜੋ ਤੁਹਾਡੇ ਅੰਦਰ ਬੁਝ ਗਿਆ ਹੈ। ਉਹ ਇਸ ਚੀਜ਼ ਦੀ ਸਿੱਖਿਆ ਦਿੰਦੇ ਸੀ। ਉਹਨਾਂ ਦੀ ਕਈ ਪੁਸਤਕਾਂ ਜਦੋਂ ਮੈਂ ਪੜ੍ਹਦਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤਾ ਜਿਹੜਾ ਉਹਨਾਂ ਦਾ ਨਜ਼ਰੀਆ ਸੀ ਉਹ ਵਿਗਿਆਨਕ ਨਜ਼ਰੀਆ ਸੀ। ਔਰ ਉਹਨਾਂ ਨੇ ਕਈ ਜਿਹੜੀਆਂ ਅਸੀਂ ਪੜ੍ਹਦੇ ਨਾ ਮਿਥੋਲੋਜੀ ਦੀਆਂ ਸਟੋਰੀਜ਼ ਨੇ, ਕਈ ਧਾਰਮਿਕ, ਕਈ ਧਰਮਾਂ ਦੇ ਵਿੱਚ, ਆਰਗੇਨਾਈਜ਼ਡ ਰਿਲੀਜਨ ਦੇ ਵਿੱਚ ਵੀ ਕਾਫੀ ਚੱਲੀਆਂ ਹੋਈਆਂ ਨੇ ਜਿਹੜੀਆਂ ਤੋਤੇ ਕਹਾਣੀਆਂ ਨੇ। ਉਹਨਾਂ ਨੂੰ ਹਮੇਸ਼ਾ ਉਹ ਕੰਡੈਮ ਕਰਦੇ, ਕਈ ਵਾਰੀ ਮਜ਼ਾਕ ਕਰਦੇ, ਉਹਨਾਂ ਦਾ ਮਜ਼ਾਕ ਉਡਾਉਂਦੇ ਤੇ ਸਾਇੰਟੀਫਿਕ ਗੱਲ ਕਰਦੇ। ਮੇਰੇ ਖਿਆਲ ਇਸੇ ਕਰਕੇ ਸ਼ਾਇਦ ਉਹ ਗੁਰਬਾਣੀ ਤੋਂ ਕਾਫੀ ਪ੍ਰਭਾਵਿਤ ਸੀ, ਕਿਉਂਕਿ ਇਹ ਇੱਕ ਸਾਇੰਟੀਫਿਕ ਫਲਸਫਾ ਹੈ। ਜੀ, ਪੂਰੀ ਚੰਗੀ ਗੱਲ ਕਹੀ ਤੁਸੀਂ। ਜੋ ਭਗਵਾਨ ਦੀ
is both scientific and mystic too at the same time. जो ये जहन है साडा, ये जो दिमाग है, ये जो सोचनी है, ਉਹਦੇ ਲਈ ਕਾਰਨ ਚਾਹੀਦਾ ਹੈ, ਉਹ ਸਾਇੰਸ ਹੈ. Science actually word comes from a Latin word which means to know. ਇਹ ਬਾਹਰਲੀ ਚੀਜ਼ ਹੈ. ਇਹ ਸਾਡੇ ਜੋ ਪੰਜ ਸੈਂਸਸ ਹੈ ਉਹਨਾਂ ਦੇ ਆਧਾਰ ਦੇ ਉੱਤੇ ਇੱਕ ਵਸਤੂ ਦੇ ਉੱਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ. Science is an objective way to find who you really are. लेकिन एक और तरीका भी है साहब, जो गुरबाणी ਉਹਦੇ ਬਾਰੇ बहुत ਕਹਿੰਦੀ ਹੈ कि हर चीज का कारण नहीं होता, और जो मूल है, जो असल है, वो बियॉन्ड लॉजिक है. ਉਹਦਾ कोई लॉजिक नहीं होता, और जहन तो दिल ਦੇ ਵਿੱਚ उतरना ਪੈਂਦਾ है उस चीज ਨੂੰ समझਣ ਲਈ. तो शुरुआत तो साइंस ਨਾਲ ही ਹੁੰਦੀ है, नॉलेज ਨਾਲ ही ਹੁੰਦੀ है, लेकिन वो जो असल है, वो जो दिल च है, जो दिल है, ਇਹਦੇ ਵਿੱਚ ट्रांसफॉर्मेशन, ਇਹਦੇ ਵਿੱਚ प्यार और मोहब्बत ਨੂੰ बदलਣ ਦੀ एक ताकत है. तो इसलिए जो सिख धर्म है ये हृदय का धर्म है एक्चुअली देखा जाए तो. ये लॉजिक तो बियॉन्ड है, बट इट ऑल्सो टॉक्स अबाउट लॉजिक, बट इट इज बियॉन्ड द लॉजिक. सो द मेडिटेशन ਤੁਸੀਂ ਕਿਹਾ ਸੀਗਾ, ਮੈਡੀਟੇਸ਼ਨ ਜੋ ਹੈ ਉਹਦੇ ਚ द्वैत नहीं हो सकती, डुअलिटी नहीं हो सकती. साइंस ਵਿੱਚ डुअलिटी है, दो चीजां हैं. जो प्रार्थना है ਉਹਦੇ ਵਿੱਚ ਵੀ दो चीज ने. ਮੈਡੀਟੇਸ਼ਨ इज नॉन ड्यूअल, ਉਹਦੇ ਵਿੱਚ दो नहीं है, ਉਹਦੇ ਵਿੱਚ ਇੱਕ ਹੀ ਹੈ. जो इंसान है ना, ਉਹਦੇ ਗਹਿਰੇ ਤਲ ਵਿੱਚ ਸਿਰਫ ਔਰ ਸਿਰਫ ਪਿਆਸ ਹੈ. ਪਰਮਿੰਦਰ ਜੀ, ਹੁਣ ਇੱਕ ਸਧਾਰਨ ਬੰਦਾ ਇਸ ਕਰਕੇ ਕਨਫਿਊਜ਼ ਹੋ ਜਾਂਦਾ. ਜੋਗੀ ਹਰਭਜਨ ਸਿੰਘ ਕਹਿੰਦੇ ਮੈਂ ਮੈਡੀਟੇਸ਼ਨ ਸਿਖਾਉਣਾ, ਮੇਰੇ ਨਾਲ ਆਓ ਜੁੜੋ. ਓਸ਼ੋ ਜੀ ਕਹਿੰਦੇ ਕਿ ਮੈਂ ਰੀਅਲੀ ਮੈਡੀਟੇਸ਼ਨ ਨਾਲ ਤੁਹਾਨੂੰ ਅੰਦਰੋਂ ਤੁਹਾਡੇ ਨਾਲ ਜੋੜ ਸਕਦਾ, ਤੁਹਾਨੂੰ ਆਪਣੇ ਆਪ ਨੂੰ. ਕਿੰਨੇ ਹੀ ਸਵਾਮੀ ਨੇ ਉਹ ਕਹਿੰਦੇ ਜੀ ਸਾਨੂੰ ਆਉਂਦੀ ਮੈਡੀਟੇਸ਼ਨ. ਹੋਰ ਕਈ ਜੋਗੀ ਨੇ ਜਾਂ ਯੋਗਾ ਕਰਨ ਵਾਲੇ ਨੇ, ਉਹ ਕਹਿੰਦੇ ਯੋਗਾ ਤੋਂ ਬਿਨਾਂ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ, ਅਸੀਂ ਤਾਂ ਮੈਡੀਟੇਸ਼ਨ ਦੇ ਉਸਤਾਦ ਹਾਂ. ਹੁਣ ਰੀਅਲੀ ਇਹ ਮੈਡੀਟੇਸ਼ਨ ਜਿਹੜੀ ਆ, ਇਹ ਮੈਨੂੰ ਤਾਂ ਲੱਗਦਾ ਇੱਕ फैड बन गया. ਹੁਣ मेडिटेशन सीख रही हूँ मैं, मेडिटेशन सिखलाती हूँ मैं, कोच बन गई हूँ मेरी. यार मेडिटेशन ਦਾ ਨਾਮ ਵਰਤ ਕੇ ਕਿੰਨੇ ਹੀ ਇਸ ਤਰ੍ਹਾਂ ਦੇ ਸਟੂਡੀਓ ਵਗੈਰਾ ਖੁੱਲ ਗਏ ਆ. ਮੈਡੀਟੇਸ਼ਨ ਤੁਸੀਂ ਕਿਵੇਂ ਦੇਖਦੇ ਹੋ? ਮੈਡੀਟੇਸ਼ਨ ਜੇ ਮੈਂ ਪੰਜਾਬੀ ਚ ਟਰਾਂਸਲੇਸ਼ਨ ਕਰਦਾ ਤਾਂ ਮੈਨੂੰ ਲੱਗਦਾ ਭਗਤੀ ਸ਼ਾਇਦ ਇਹਦੇ ਲਈ ਸ਼ਬਦ ਹੋਏ. ਇਹ ਭਗਤੀ ਕਰਨ ਵਾਲੇ ਲੋਕ, ਭਗਤੀ ਕਰਨ ਦੇ ਕਿੰਨੇ ਤਰੀਕੇ ਹੋ ਸਕਦੇ ਆ? ਇੱਕੋ ਹੀ ਤਰੀਕਾ ਨਹੀਂਗਾ ਕਿ ਹਰੇਕ ਦਾ ਅੱਡ-ਅੱਡ ਤਰੀਕਾ ਹੈ? ਨਹੀਂ, ਭਗਤੀ ਨਹੀਂ ਹੈ. ਭਗਤੀ ਵਿੱਚ द्वैत है, ਉਹਦੇ ਚ ਦੋ ਹੈ. ਅੱਛਾ, ਮੈਡੀਟੇਸ਼ਨ ਕੀ ਹੈ ਫਿਰ? ਮੈਡੀਟੇਸ਼ਨ ਨੂੰ ਤੁਸੀਂ ਕਿਵੇਂ ਤਰਜਮਾ ਕਿਵੇਂ ਕਰਦੇ ਹੋ? ਉਹਦਾ ਧਿਆਨ ਜਿਹੜਾ ਹੈ ਨਾ, ਧਿਆਨ. ਅੱਛਾ, ਹਾਂ, ਧਿਆਨ ਜਿਹੜਾ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਵਿਆਖਿਆ ਕੀਤੀ ਹੈ ਮੂਲ ਮੰਤਰ ਵਿੱਚ, ਉਹਦੇ ਲਈ ਸੁਣਨ ਦੀ ਤਾਕਤ ਚਾਹੀਦੀ ਹੈ ਸਾਹਿਬ. We hear but we don't listen. ਸਾਡੇ ਅੰਦਰ ਦੋ ਚੀਜ਼ਾਂ ਬੋਲਦੀਆਂ. ਜਦੋਂ ਦੋ ਆਦਮੀ ਬੋਲਦੇ ਹੋ ਨਾ, ਤਾਂ ਫਿਰ ਸੁਣਨ ਵਾਲਾ ਕੋਈ ਹੁੰਦਾ ਨਹੀਂ. ਗੁਰਬਾਣੀ ਦੇ ਦਰ ਤੇ ਮੈਂ ਦੱਸ ਰਿਹਾ, ਇੱਕ ਨੂੰ ਚੁੱਪ ਹੋਣਾ ਪਏਗਾ ਔਰ ਦੂਸਰੇ ਨੂੰ ਸੁਣਨਾ ਪਏਗਾ. ਚੁੱਪ ਕੌਣ ਹੋਵੇ? ਚੁੱਪ ਨੂੰ ਮਨ ਨੂੰ ਕਰਨਾ ਪਏਗਾ. ਜੋ ਮਨ ਹੈ ਨਾ, ਇਹ ਮੈਲਾ ਹੈ. ਮਨ ਜਿਹੜਾ ਹੈ ਨਾ, ਇਹ ਮੰਗਦਾ ਹੈ. ਮਨ ਜਿਹੜਾ ਹੈ ਨਾ, ਝੁਕਦਾ ਨਹੀਂ. ਮਨ ਸਮਝਦਾ ਹੈ ਕਿ ਮੇਰੀ ਸਿਆਣਪ ਸਭ ਤੋਂ ਉੱਚੀ ਹੈ. ਉਹ ਬੁੱਤਾਂ ਦੇ ਅੱਗੇ ਤਾਂ ਝੁਕ ਸਕਦਾ ਹੈ, ਉਹ ਕਿਤਾਬਾਂ ਦੇ ਅੱਗੇ ਤਾਂ ਝੁਕ ਸਕਦਾ ਹੈ, ਲੇਕਿਨ ਗੁਰੂ ਦੇ ਅੱਗੇ ਝੁਕਣ ਦੀ ਉਹਦੀ ਤਾਕਤ ਨਹੀਂ, ਉਹਦੇ ਕੋਲ ਅੱਖਾਂ ਨਹੀਂ ਹੈਗੀ. ਤਾਂ ਮੈਡੀਟੇਸ਼ਨ ਲਈ ਪਹਿਲੇ ਆਪਣੇ ਆਪ ਨੂੰ, ਮਨ ਨੂੰ ਚੁੱਪ ਕਰਾਉਣਾ ਪੈਂਦਾ ਹੈ, ਸੁਣਨਾ ਪੈਂਦਾ ਹੈ. ਤੁਹਾਡੇ ਅੰਦਰ ਇੱਕ ਆਵਾਜ਼ ਗੂੰਜਦੀ ਹੈ, ਤੁਸੀਂ ਸੁਣ ਨਹੀਂ ਸਕਦੇ ਕਿਉਂਕਿ ਤੁਸੀਂ ਵੀ ਬੋਲੀ ਜਾ ਰਹੇ ਹੋ, ਉਹ ਵੀ ਬੋਲੀ ਜਾ ਰਹੇ, ਸੁਣਨ ਵਾਲਾ ਕੋਈ ਨਹੀਂ ਹੈਗਾ. ਤਾਂ ਪਹਿਲਾ ਚੀਜ਼ ਹੈ ਕਿ ਆਪਣੇ ਆਪ ਨੂੰ ਸ਼ਾਂਤ ਕਰੋ. ਸ਼ਾਂਤ ਤੁਸੀਂ ਕਿੱਦਾਂ ਕਰੋਗੇ? ਇਹ ਬੁੱਧ ਭਗਵਾਨ ਦਾ ਟਾਈਮ ਨਹੀਂ ਹੈਗਾ, ਇਹ ਪਤੰਜਲੀ ਦਾ ਟਾਈਮ ਨਹੀਂ ਹੈਗਾ. ਅੱਜ ਬੰਦੇ ਕੋਲ ਤਾਕਤ ਨਹੀਂ ਹੈ 2 ਮਿੰਟ ਬੈਠ ਕੇ ਧਿਆਨ ਕਰਨ ਦੀ. ਸਾਡੇ ਅੰਦਰ ਗੋਸ਼ ਹੈ, ਸਾਡੇ ਅੰਦਰ ਕ੍ਰੋਧ ਹੈ, ਸਾਡੇ ਅੰਦਰ ਈਰਸ਼ਾ ਹੈ, ਅਸੀਂ ਜ਼ਹਿਰ ਨਾਲ ਭਰੇ ਹੋਏ ਹਾਂ. ਤਾਂ ਪਹਿਲਾਂ ਇਹ ਸਾਰਾ ਜ਼ਹਿਰ, ਇਹ ਸਾਰਾ ਦਰਦ, ਇਹ ਸਾਰਾ ਪਸ ਜੋ ਭਰੀ ਹੋਈ ਹੈ ਸਾਡੇ ਅੰਦਰ, ਇਹਨੂੰ ਬਾਹਰ ਕੱਢਣੀ ਪਏਗੀ. ਸੋ ਭਗਵਾਨ was not, before the meditation, lot of meditation of Osho are preparing you to get
into the meditation, the dynamic meditation, the Kundalini meditation. These are not really meditations. This is a cleansing process to get into the meditation. ਪਰਮਿੰਦਰ ਜੀ, ਅੱਜ ਦੇ ਮਨੁੱਖ ਕੋਲੇ ਇੰਨਾ ਸਮਾਂ ਹੈ ਨਹੀਂਗਾ ਕਿ ਉਹ ਪਹਿਲਾਂ ਕਲੈਂਜ਼ਿੰਗ ਦੇ ਚੱਕਰ 'ਚ ਪਵੇ, ਉਹਦੇ ਪ੍ਰੈਪਰੇਸ਼ਨ ਦੇ ਚੱਕਰ 'ਚ ਪਵੇ, ਫਿਰ ਉਹਨੂੰ ਟ੍ਰੇਨਿੰਗ ਦਿੱਤੀ ਜਾਏ, ਫਿਰ ਉਹ ਸਿੱਖੇ। ਅੱਜ ਦਾ ਮਨੁੱਖ ਤਾਂ ਕਹਿੰਦਾ ਕਿ ਮੈਨੂੰ ਖੁਸ਼ੀ ਮਿਲੇ, ਇੰਸਟੈਂਟਲੀ ਖੁਸ਼ੀ ਮਿਲੇ, ਮੈਂ ਬਲਿਸ ਦੀ ਸਟੇਟ ਦੇ ਵਿੱਚ ਰਹਾਂ, ਮੈਂ ਉਸ ਸਟੇਟ 'ਚ ਰਹਾਂ ਜਿੱਥੇ ਮੈਨੂੰ ਕੋਈ ਚੀਜ਼ ਉਦਾਸ ਨਾ ਕਰ ਸਕੇ। ਮੈਨੂੰ ਜਿਹੜੀ ਖੁਸ਼ੀ ਹੈ ਇਹ ਇੱਕ ਪਰਮਾਨੈਂਟ ਤੌਰ ਤਰੀਕੇ ਦੇ ਤੌਰ ਤੇ ਲੋਕ ਤਾਂ ਖੁਸ਼ੀਆਂ ਮਗਰ ਭੱਜ ਰਹੇ ਆ। ਆ ਜਿਹੜੀ ਟ੍ਰੇਨਿੰਗਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਇੰਨਾ ਸਮਾਂ ਹੈ ਨਹੀਂ ਲੋਕਾਂ ਕੋਲੇ। ਕੋਈ ਇਹਦੇ ਸ਼ਾਰਟਕਟਸ ਵੀ ਨੇ? ਨਹੀਂ ਸਾਹਿਬ, 2 ਮਿੰਟ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ। 84 ਜੂਨਾਂ ਤੁਸੀਂ ਕੱਟ ਕੇ ਆਏ ਹੋ, ਭੁਗਤ ਕੇ ਆਏ ਹੋ। ਗੁਰੂ ਨਾਨਕ ਜੀ ਕਹਿੰਦੇ ਨੇ ਤੁਸੀਂ 2 ਮਿੰਟ ਠੀਕ ਕਰ ਦੋਗੇ? ਤੁਸੀਂ ਆਪਣੇ ਉੱਤੇ ਕੰਮ ਨਹੀਂ ਕਰਨਾ ਚਾਹੁੰਦੇ, ਤੁਸੀਂ ਦੂਸਰਿਆਂ ਨੂੰ ਇਲਜ਼ਾਮ ਦੇਣਾ ਚਾਹੁੰਦੇ ਹੋ, ਭਿਖਾਰੀਆਂ ਮੰਗਦੇ ਹੋ ਤੁਸੀਂ ਕਿ ਮੈਨੂੰ ਸੁੱਖ ਦੇ, ਕੁਛ ਨਹੀਂ ਮਿਲਣਾ ਤੁਹਾਨੂੰ। ਸਾਹਿਬ ਇਹ ਸੌਦੇ ਦੀ ਗੱਲ ਨਹੀਂ ਹੈ। ਜਦੋਂ ਭਾਈ ਨੰਦ ਲਾਲ ਜੀ ਨੇ ਦਸ਼ਮੇਸ਼ ਪਿਤਾ ਨੂੰ ਦੇਖਿਆ ਸੀ ਨਾ, ਤਾਂ ਉਹਨਾਂ ਦਾ ਜੋ ਪਹਿਲਾ ਅਲਫਾਜ਼ ਸੀਗੇ ਉਹ ਸੀਗਾ ਹੱਕ ਹੱਕ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਉਹ ਹੱਕ ਦੀ ਗੱਲ ਕਰਦੇ ਸੀ। ਹੱਕ ਮਤਲਬ ਸੱਚ, ਸੱਚ। ਔਰ ਸਾਡੀ ਗੁਰਬਾਣੀ, ਸਾਡਾ ਮੂਲ ਮੰਤਰ ਸੱਚ ਤੋਂ ਨਿਕਲਦਾ ਹੈ, ਸੱਤਿਆ ਤੋਂ ਨਿਕਲਦਾ ਹੈ। ਅਸੀਂ ਮਿੱਥਿਆ 'ਚ ਨਹੀਂ ਹੈਗੇ। ਇਹ ਤਾਂ ਸੌਦੇਗਰੀ ਕਰ ਰਹੇ ਸਾਹਿਬ। ਗੁਰੂ ਤੇਗ ਬਹਾਦਰ ਜੀ ਆਏ ਸੀ ਤਾਂ ਕਿੰਨੇ ਗੁਰੂ ਬਣ ਗਏ ਸੀ, ਪਤਾ ਨਾ ਤੁਹਾਨੂੰ ਕਹਾਣੀ? ਇਹ ਤਾਂ 2 ਟਕੇ ਦੇ ਲੋਕ ਨੇ, ਇਹਨਾਂ ਨੂੰ ਕੀ ਪਤਾ? ਇਹ ਸਭ ਇਨਸਾਨ ਦੇ ਸਰੀਰ ਵਿੱਚ ਹੈ, ਲੇਕਿਨ ਹਾਲੇ ਵੀ ਜਾਨਵਰ ਨੇ। ਇਹਨਾਂ ਨੂੰ ਹਾਲੇ ਸਿਰਫ ਇੰਦਰੀਆਂ ਦੀ ਭੁੱਖ ਹੈ, ਗਿਆਨ ਦੀ ਭੁੱਖ ਇਹਨਾਂ ਨੂੰ ਨਹੀਂ ਲੱਗੀ ਹਾਲੇ। ਇਹਨਾਂ ਨੂੰ ਤੜਫਣਾ ਪਏਗਾ, ਇਹਨਾਂ ਨੂੰ ਭੁਗਤਣਾ ਪਏਗਾ। ਔਰ ਗੁਰੂ ਕੋਲ ਜਾਣ ਲਈ ਨਾ ਸਾਹਿਬ ਮਰਨ ਦੀ ਤਾਕਤ ਰੱਖਣੀ ਪੈਂਦੀ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਪਰਮਿੰਦਰ ਸੋਹਲ ਜੀ, ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹਦੇ ਪਿੱਛੇ ਲੋਕ ਅੱਜ ਜਿਹੜੇ ਸਾਰੇ ਭਟਕ ਰਹੇ ਨੇ, ਕਿਉਂਕਿ ਮਨੁੱਖਾਂ ਦਾ ਜਿਹੜਾ ਖਾਸ ਤੌਰ ਦੇ ਉੱਤੇ ਸਾਰਾ ਦਾਰੋਮਦਾਰ ਇਹ ਆ ਕਿ ਕਿਸ ਤਰੀਕੇ ਨਾਲ ਖੁਸ਼ ਰਿਹਾ ਜਾਏ, ਖੁਸ਼ੀ ਕਿਵੇਂ ਹਾਸਲ ਕੀਤੀ ਜਾਏ, ਤੁਸੀਂ ਉਹ ਦੱਸਣ ਲੱਗੇ ਸੀ। ਜੀ ਠੀਕ ਜੀ। ਜੋ ਖੁਸ਼ੀ ਹੈ ਨਾ ਸਾਹਿਬ, ਉਹ ਜ਼ਹਿਨ ਦੀ ਹੈ, ਦਿਮਾਗ ਦੀ ਹੈ। ਜੋ ਆਨੰਦ ਹੈ ਨਾ, ਉਹ ਸਾਡੀ ਹੋਂਦ ਹੈ। ਇਸ ਲਈ ਅਸੀਂ ਭੁਲੇਖਾ ਖਾ ਜਾਂਦੇ ਹਾਂ, ਲੱਭ ਅਸੀਂ ਕੁਛ ਹੋਰ ਰਹੇ ਹੁੰਦੇ ਹਾਂ, ਫੜ ਕੇ ਕੁਛ ਹੋਰ ਲੈਂਦੇ ਹਾਂ। ਖੁਸ਼ੀ ਤੁਹਾਨੂੰ ਆਨੰਦ ਨਹੀਂ ਦੇ ਸਕਦੀ। ਖੁਸ਼ੀ ਤੇ ਆਨੰਦ ਦਾ ਫਰਕ ਵੀ ਦੱਸੋ। ਆਮ ਲੋਕ ਕਈ ਵਾਰੀ ਸਮਝਦੇ ਨਹੀਂ। ਤੁਸੀਂ ਬਲਿਸ ਨੂੰ ਆਨੰਦ ਕਹਿ ਰਹੇ ਹੋ ਜਾਂ ਖੁਸ਼ੀ ਤੇ ਆਨੰਦ 'ਚ ਫਰਕ ਕੀ ਹੈ? ਖੁਸ਼ੀ, the happiness is of the mind, is the state of your mind। ਜਿਹਨੂੰ ਬੁੱਧ ਭਗਵਾਨ ਨੇ ਕਿਹਾ ਕਿ ਆਪਣੀ ਬੋਧੀ ਨੂੰ ਸਾਜੋ, ਆਪਣੇ ਆਪ ਨੂੰ ਦੇਖਣ ਦੀ ਤਾਕਤ ਰੱਖੋ ਕਿ ਕੀ ਹੋ ਰਿਹਾ ਹੈ। ਇਹ ਜੋ ਖੁਸ਼ੀ ਹੈ ਔਰ ਇਹ ਜੋ ਦੁੱਖ ਹੈ, ਇਟਸ ਲਾਈਕ ਅ ਪੈਂਡੂਲਮ ਸਵਿਮਿੰਗ ਇਨ ਫਰੰਟ ਆਫ ਯੂ। ਤੁਸੀਂ ਚਾਹੁੰਦੇ ਹੋ ਕਿ ਪੈਂਡੂਲਮ ਨੂੰ ਇੱਕ ਪਾਸੇ ਨੂੰ ਖਿੱਚ ਕੇ ਰੱਖੀਏ। ਜਿੰਨੀ ਦੇਰ ਤੁਸੀਂ ਉਸ ਪਾਸੇ ਨੂੰ ਰੱਖੋਗੇ, ਉਨੀ ਜ਼ੋਰ ਦੇ ਨਾਲ ਉਹਨੇ ਦੁੱਖ ਵੱਲ ਜਾਣਾ ਹੈ। ਤੁਹਾਨੂੰ ਦੁੱਖ ਔਰ ਸੁੱਖ ਦੋਨਾਂ ਤੋਂ ਪਾਰ ਹੋਣਾ ਪਏਗਾ, ਦੋਨਾਂ ਨੂੰ ਸਮਝਣਾ ਪਏਗਾ, ਤਦੇ ਤੁਸੀਂ ਆਨੰਦ ਵਿੱਚ ਆ ਸਕਦੇ ਹੋ। ਤੁਸੀਂ ਦੁੱਖ ਨੂੰ ਵੀ ਆਨੰਦ ਦੇਖ ਸਕਦੇ ਹੋ ਔਰ ਸੁੱਖ ਨੂੰ ਵੀ ਆਨੰਦ ਵੱਲ ਦੇਖ ਸਕਦੇ ਹੋ। ਇਸ ਚੀਜ਼ ਨੂੰ ਭਗਵਾਨ ਕਹਿੰਦੇ ਗੋਇੰਗ ਫਰੋਮ ਦ ਮਾਈਂਡ ਟੂ ਨੋ ਮਾਈਂਡ। ਇਟਸ ਨਾਟ ਦੈਟ ਵੀ ਆਰ ਨਾਟ ਗੋਇੰਗ ਇਨਟੂ ਦ, we are not going to use our mind. We are going beyond the mind. The happiness is of the mind. Until you are in the mind, you will keep swimming between the pain and the sorrow and the happiness and the joy. But he is starting saying, go to no mind so you can get into the bliss. So bliss ਨੂੰ ਆਨੰਦ ਕਹਿੰਦੇ ਤੁਸੀਂ? ਹਾਂਜੀ, bliss ਨੂੰ ਆਨੰਦ ਕਹਿੰਦੇ ਨੇ। ਸਭ ਚੀਜ਼ ਆਨੰਦ ਜੋ ਸਾਡੇ ਸਨਾਤਨ ਧਰਮ 'ਚ ਲਿਖਿਆ ਗਿਆ ਉਹ bliss ਲਈ ਹੈਗਾ। ਸੋ ਤੁਸੀਂ ਸਮਝਦੇ ਹੋ ਕਿ ਖੁਸ਼ੀ ਜਿਹਦੇ ਮਗਰ ਲੋਕ ਫਿਰਦੇ ਆ, ਇਹ ਇਕੱਲੀ ਖੁਸ਼ੀ ਦਾ ਕੋਈ ਅਰਥ ਨਹੀਂ ਹੈ। ਖੁਸ਼ੀ ਤੋਂ ਉੱਪਰਲੀ ਸਟੇਜ ਜਿਹੜੀ ਆ, ਉੱਪਰਲੀ ਅਵਸਥਾ, ਉਹ ਬਲਿਸ ਦੀ, ਆਨੰਦ ਦੀ ਹੈ। ਹਾਂਜੀ, ਇਹ ਚੁਣਚੁਣੇ ਹੈ, ਇਹ ਖਿਲੌਣੇ ਹੈ, ਇਹ ਅਸਲ ਨਹੀਂ ਹੈ। ਸਾਹਿਬ ਜਦੋਂ ਦੇਖੋ ਨਾ, ਮੁਹੰਮਦ ਸਾਹਿਬ ਨੇ ਇਸ ਜਦੋਂ ਸਜਦਾ ਕੀਤਾ ਤਾਂ ਕਹਿ ਕਿ ਤੂੰ ਜੰਨਤ ਵਿੱਚ ਜਾਏਗਾ। ਇਹ ਜੰਨਤ ਵੀ ਚੁਣਚੁਣਾਈ ਹੈ। उसने ला के रख दी है जन्नत मेरे और तेरे बीच, उधेड़ के इस जन्नत को मैं निकल जाऊंगा।
जन्मों जन्मों से ना सोया हूं, मैं तेरे पैरों पे गिर कर आराम से सो जाऊंगा। ये जो सोना है गुरु दे पैरां दे विच, यही आनंद है, और ਉਹਦੇ पैर ਤੁਹਾਡੇ दिल दे विच है। ਸੋ ਮੈਂ ਇਹ ਸਮਝਾਂ ਕਿ ਆਨੰਦ ਦੀ ਅਵਸਥਾ ਤੇ ਪਹੁੰਚਣ ਲਈ ਖੁਸ਼ੀ ਰਾਹੀਂ ਜਾਣਾ ਪੈਂਦਾ। आनंद तक जान ਲਈ दृष्टा बनना पैंदा, देखना पैंदा, देखण ਦੀ ताकत रखनी पैंदी है कि मैं मेरे अंदर कोई देख रहा है, मैं ये शरीर नहीं हैगा, ये मेरे जो ख्याल आ रहे हैं ये मैं नहीं हैगा। ये गुरबाणी भी दसदी सन, लेकिन ਅਸੀਂ ਸਮਝਦੇ ਨਹੀਂ। ਉਹਨੂੰ ਤਾਂ जोत किया गया है गुरबाणी च। एक जोत है सोए जिसके चानन जग में चानन होए। अगर वो एक है तो ਅਸੀਂ दो किद्दां हो सकते? सुख और दुख दो है ना, ये द्वैत है। अगर वो एक कहता ये भी द्वैत है, ये भी मैं नहीं है, मैं इहदे पार है। यही अश्वकरा जो महागीता है ਉਹਦੇ ਵਿੱਚ भगवान ओशो ने, आचार्य रजनीश साहब ने जो लिखा है, राजा जनक जो सीता दे पति सीगे और जो अश्वकरा सी, इन्हां दे विच दा डायलॉग है, ये सब तो उच्चा डायलॉग है। ਉਹਦੇ ਵਿੱਚ ਇਹ ਦ੍ਰਿਸ਼ਟਾ ਬਣ ਦੀ ਤਾਕਤ ਹੈ। ਜੋ ਮੈਡੀਟੇਸ਼ਨ ਹੈ ਉਹਦੇ ਲਈ ਦ੍ਰਿਸ਼ਟਾ ਬਣਨਾ ਪੈਂਦਾ ਹੈ, ਉਹਦੇ ਲਈ ਜਾਣਨਾ ਪੈਂਦਾ ਹੈ। ਅੱਜ ਵੈਸਟ ਵਿੱਚ ਤਾਂ ਇਸ ਵਰਡ ਮੈਡੀਟੇਸ਼ਨ is not even a right word. It relates to medicine. It is not dhyan. In English word there is no word for dhyan. So it's unfortunate this language is, this West is. ਸੋ ਮੈਡੀਟੇਸ਼ਨ ਜਿਹੜੀ ਹੈ ਇਹ ਮੈਡੀਸਨ ਹੈ? ये मेडिसिन है, लेकिन रूह दी मेडिसिन है, ये शरीर दी नहीं है। और जो दुख है और सुख है शरीर दे नहीं, जहन दे नहीं, जो दिमाग है ये रूह दे नहीं है। जो रूह दी मेडिटेशन है, रूह दी दवा है, वो ध्यान है। ਓਕੇ, ਸਿੱਧੇ ਸਾਦੇ ਸ਼ਬਦਾਂ 'ਚ ਦੱਸੋ ਪਰਮਿੰਦਰ ਜੀ ਸਾਨੂੰ ਕਿ ਇੱਕ ਸਧਾਰਨ ਵਰਕਿੰਗ ਜਿਹੜਾ ਮਨੁੱਖ ਆ, ਕੰਮ ਕਰਨ ਵਾਲੇ ਲੋਕ ਨੇ, ਉਹ ਕਿਸ ਤਰੀਕੇ ਨਾਲ ਇਸ ਆਨੰਦ ਦੀ ਅਵਸਥਾ ਤੇ ਜਾਂ ਇਸ ਖੁਸ਼ੀ ਦੀ ਜਿਹੜੀ ਪਰਮਾਨੈਂਟ ਸਟੇਟ ਆ ਇਹ ਇੱਥੇ ਕਿਵੇਂ ਜਾ ਸਕਦੇ ਆ, ਕਿਵੇਂ ਪਹੁੰਚ ਸਕਦੇ ਆ? ਕਈ ਲੋਕ ਤਾਂ ਇਹੀ ਸਮਝਦੇ ਆ, ਮੇਰਾ ਖਿਆਲ ਆ ਬਹੁਤ ਸਾਰੇ ਲੋਕਾਂ ਦੀ ਸਿੱਖਿਆ ਵੀ ਇਹੀ ਆ ਕਿ ਇਮਾਨਦਾਰੀ ਦਾ ਕੰਮ ਹੀ ਮੈਡੀਟੇਸ਼ਨ ਹੈ ਮੇਰੀ। ਜੇ ਮੈਂ ਇਮਾਨਦਾਰੀ ਨਾਲ ਕੰਮ ਕਰੀ ਜਾਣਾ, ਭਾਵੇਂ ਮੈਂ ਚੱਕਰ ਚੁੰਡੇ ਵਾਂਗ ਚੱਲੀ ਜਾਣਾ, ਪਰ ਉਹੀ ਮੇਰੀ ਜਿਹੜੀ ਆ ਭਗਤੀ ਹੈ, ਉਹੀ ਮੇਰੀ ਮੈਡੀਟੇਸ਼ਨ ਹੈ, ਉਹੀ ਮੇਰਾ ਧਿਆਨ ਆ, ਉਹੀ ਮੈਨੂੰ ਆਪਣੇ ਆਪ ਖੁਸ਼ ਕਰੇਗਾ। ਉਹ कृत्य है साहब, ਉਹ कर्म है, कर्म ਦਾ ਹਿਸਾਬ ਹੁੰਦਾ ਹੈ। और जो मेडिटेशन है वो कृत्य है, इट इज ए हैपनिंग, इट्स नॉट डूइंग। इफ यू आर डूइंग देन यू आर डूइंग इट, राइट। मैं मेहनत कर रहा, मैं एक कर रहा, ਉਹਦੇ 'ਚ मैं है, और जब तक मैं परमात्मा नहीं हैगा। तो कर्म तो कृत्य में जाना है, ये मेडिटेशन है कि हो रहा है, मैनू मंजूर। इसलिए गुरु नानक देव साहब ने हुक्म का ऐलान किया। कृष्ण भगवान ने और मीरा दे विच प्यार का रिश्ता है, ईसा मसीह और परमात्मा दे विच बेटा और पिता का रिश्ता है, सिख धर्म दे विच हुक्म का रिश्ता है। तू दे तो मैं राजी, तू ना दे तो मैं राजी, मैं तेरा हुक्म मनदा। यही तो है मन नू मारन दी सब तो बड़ी दवा कि मैं तेरा, मैं तो कुछ भी नहीं। ਇਹਦੇ ਵਿੱਚ ਮਨ ਦੀ ਮੈਲ ਮਿਟਦੀ ਹੈ ਸਾਹਿਬ, ਔਰ ਸ਼ੀਸ਼ਾ ਵਿੱਚ ਸਾਨੂੰ ਆਪਣੀ ਸ਼ਕਲ ਦਿਖਣੀ ਸ਼ੁਰੂ ਹੁੰਦੀ ਹੈ। ਤਾਂ ਚੰਗੀ ਗੱਲ ਹੈ ਕਿ ਅੱਛੇ ਕਰਮ ਕਰਨੇ ਚਾਹੀਦੇ ਹੈ, ਲੇਕਿਨ ਸਿਰਫ ਕਰਮ ਕਰਨ ਨਾਲ ਕਿਰਤ ਵਿੱਚ ਨਹੀਂ ਜਾ ਸਕਦੇ, ਮੈਡੀਟੇਸ਼ਨ ਨਹੀਂ ਜਾ ਸਕਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਅੰਗ ਦੇ ਵਿੱਚ ਗੁਰ ਪ੍ਰਸਾਦ ਜਪ ਲਿਖਿਆ ਹੈ। ਉਹ ਜੋਤ ਨੂੰ ਲੱਭਣਾ ਪਏਗਾ ਜਿਹੜੀ ਜਗਦੀ ਹੈ, ਅਸੀਂ ਤਾਂ ਬੁੱਝੇ ਪਏ ਹਾਂ। ਉਹਦੀ ਜੋਤ ਜਿਹੜੀ ਬਿਨ ਤੇਲ ਬਿਨ ਬਾਤੀ ਜਲਦੀ ਹੈ, ਉਹਨੂੰ ਕੋਈ ਦੁਨੀਆ ਦੀ ਸ਼ਾਹ ਦੀ ਕੋਈ ਜ਼ਰੂਰਤ ਨਹੀਂ, ਸੰਸਾਰਿਕ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ। ਉਹ ਆਪਣੇ ਆਪ ਹੀ ਜਲਦਾ ਹੈ, ਆਪਣੇ ਆਪ ਹੀ ਜਗਦਾ ਹੈ। ਜਦੋਂ ਤੁਸੀਂ ਉਹਦੇ ਕੋਲ ਜਾਂਦੇ ਹੋ ਤੁਹਾਡੀ ਜੋਤ ਵੀ ਜਗ ਜਾਂਦੀ ਹੈ। ਮੈਂ ਸਮਝਦਾ ਕਿ ਜਿੰਨੀ ਮੈਂ ਪੜ੍ਹਿਆ ਤੇ ਸੁਣਿਆ, ਉਹਨਾਂ ਨੂੰ ਵੇਖਿਆ, ਜਿਹੜੇ ਆਚਾਰੀਆ ਰਜਨੀਸ਼ ਆ ਉਹ ਫਿਲਾਸਫੀ ਦੇ ਪ੍ਰੋਫੈਸਰ ਹੋਣ ਦੇ ਨਾਤੇ ਲੌਜਿਕ ਦੀ ਵੀ ਗੱਲ ਕਰਦੇ ਰਹਿੰਦੇ ਆ। ਹੁਣ ਬਹੁਤ ਸਾਰੇ ਲੋਕ ਜਿਹੜੀ ਗੱਲ ਲੌਜਿਕ ਦੀ ਕਰਨਾ ਚਾਹੁੰਦੇ ਆ ਤੇ ਸੁਣਨਾ ਚਾਹੁੰਦੇ ਆ, ਜਿਹੜੀ ਮੈਂ ਅੰਨੇ ਦੀ ਵਾਹ ਕੋਈ ਇਹੋ ਜਿਹੀਆਂ ਗੱਲਾਂ ਕਰੀ ਜਾਣੀਆਂ ਜਿਹੜੀਆਂ ਕੋਈ ਸਿਰ ਪੈਰ ਨਾ ਹੋਵੇ, ਉਹਨਾਂ ਨੂੰ ਲੋਕ ਜ਼ਿਆਦਾ ਹੁਣ ਅੱਜ ਕੱਲ੍ਹ ਐਕਸੈਪਟ ਨਹੀਂ ਕਰ ਰਹੇ। ਲੌਜਿਕ ਦੀ ਗੱਲ ਜਿਹੜੀ ਆ
ਉਹ ਜ਼ਿਆਦਾ ਸੁਣ ਕੇ ਖੁਸ਼ ਨੇ। ਇਹ ਗੱਲ ਕਿਉਂ ਮਹੱਤਵਪੂਰਨ ਹੈ ਕਿ ਕਈ ਵਾਰੀ ਤੁਹਾਨੂੰ ਲੌਜਿਕ ਜਿਹੜਾ ਉਹ ਛੱਡਣਾ ਪੈਂਦਾ, ਡ੍ਰੌਪ ਕਰਨਾ ਪੈਂਦਾ, ਨਹੀਂ ਤਾਂ ਕਈ ਜਿਹੜੀਆਂ ਸਪਿਰਿਚੁਅਲ ਗੱਲਾਂ ਸਮਝ ਨਹੀਂ ਆਉਂਦੀਆਂ। ਇਸ ਗੱਲ 'ਚ ਕੋਈ ਸੱਚਾਈ ਹੈ? ਬਹੁਤ ਸੱਚਾਈ ਹੈ। ਭਗਵਾਨ ਰਜਨੀਸ਼ ਨੇ ਸ਼ੁਰੂ ਕੀਤਾ ਸੀ ਆਚਾर्य ਰਜਨੀਸ਼ ਤੋਂ ਸਿੱਖਿਆ ਦੇਣਾ। ਬਹੁਤ ਅੱਛੀ ਸਿੱਖਿਆ ਦਿੱਤੀ ਉਹਨਾਂ ਨੇ। ਫਿਰ ਭਗਵਾਨ ਰਜਨੀਸ਼ ਬਣ ਕੇ ਉਹਨਾਂ ਨੇ ਦੀਕਸ਼ਾ ਦਿੱਤੀ, ਰਾਈਟ। ਔਰ ਦੀਕਸ਼ਾ ਦੇਣ ਲਈ ਦੇ ਔਰ ਸਿੱਖਿਆ ਦੇ ਵਿੱਚ ਇੱਕ ਕਮਿਊਨ ਹੋਣਾ ਬਹੁਤ ਜ਼ਰੂਰੀ ਸੀਗਾ, ਇੱਕ ਵਾਰਤਾਲਾਪ ਹੋਣੀ ਜ਼ਰੂਰੀ ਸੀ, ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਸੀਗਾ। ਹੋਰ ਬਹੁਤ ਇਨਲਾਈਟਨ ਮਾਸਟਰ ਹੋਏ ਜਿੱਦਾਂ ਕ੍ਰਿਸ਼ਨਾ ਮੂਰਤੀ ਜੀ ਹੈ, ਉਹਨਾਂ ਨੇ ਵੀ ਬਹੁਤ ਅੱਛਾ ਕਿਹਾ, ਲੇਕਿਨ ਉਹ ਆਪਣੇ ਸਤਰ ਤੋਂ ਬੋਲਦੇ ਸੀ। ਉਹ ਕਹਿੰਦੇ ਸੀ ਮੇਰੇ ਕੋਲ ਆਵੋ, ਮੈਨੂੰ ਸਮਝੋ। ਲੇਕਿਨ ਭਗਵਾਨ ਏਦਾਂ ਦੇ ਸੀਗੇ ਕਿ ਉਹ ਇੱਕ ਸੀੜੀ ਬਣਾ ਕੇ ਤੁਹਾਡੇ ਤੱਕ ਪਹੁੰਚ ਜਾਂਦੇ ਸੀਗੇ। ਉਹ ਤੁਹਾਡੀ ਗੱਲ ਨੂੰ ਤੁਹਾਡੇ ਲੌਜਿਕ ਨਾਲ ਕੱਟ ਕੇ ਤੁਹਾਨੂੰ ਉਸ ਪਰਮ ਸੁਖ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਸੀਗੇ। ਸੋ ਹੀ ਵਾਸ ਏਬਲ ਟੂ ਕਮਿਊਨ ਵਿਦ ਯੂ, ਹੀ ਵਾਸ ਏਬਲ ਟੂ ਟਾਕ ਟੂ ਯੂ, ਹੀ ਵਾਸ ਏਬਲ ਟੂ ਹੈਵ ਅ ਡਾਇਲੌਗ ਵਿਦ ਯੂ ਬੇਸਡ ਔਨ ਵੇਅਰ ਐਵਰ ਯੂ ਆਰ। ਇਸ ਲਈ ਉਹਨਾਂ ਨੇ ਕਿੰਨੇ ਸ਼ਾਸਤਰਾਂ, ਕਿੰਨੇ ਧਰਮਾਂ ਦੇ ਬਾਰੇ ਦੱਸਿਆ, ਲੇਕਿਨ ਅੰਤ ਵਿੱਚ ਤੇ ਉਹ ਧਿਆਨ ਤੇ ਹੀ ਆ ਜਾਂਦੇ ਸੀਗੇ ਘੁਮਾ ਫਿਰਾ ਕੇ। ਇਸ ਲਈ ਸਾਨੂੰ ਉਸ ਦਰ ਤੱਕ ਪਹੁੰਚਣਾ ਪੈਂਦਾ ਹੈ। ਦਿਸ ਇਜ਼ ਅ ਕੰਪੈਸ਼ਨ, ਦਿਸ ਇਜ਼ ਅ ਲਵ ਆਫ ਅ ਮਾਸਟਰ that is willing to come down to you and take your hand and climb up with him. ਕਿਉਂਕਿ ਬਹੁਤ ਸਾਰੇ ਲੋਕ ਨਾ ਲੌਜਿਕ ਨੂੰ ਡ੍ਰੌਪ ਕਰਨ ਲਈ ਤਿਆਰ ਨਹੀਂ ਹੈਗੇ। ਜਿਹੜੀ ਗੱਲ ਲੌਜੀਕਲੀ ਨਹੀਂ ਗਈ, ਮੈਂ ਤਾਂ ਕਈ ਵਾਰੀ ਉਹ ਸਮਝਣਾ ਨਹੀਂ ਚਾਹੁੰਦਾ, ਨਾ ਮੈਂ ਉਹਦੇ ਤੇ ਮੈਨੂੰ ਚੰਗੀ ਨਹੀਂ ਲੱਗਦੀ। ਔਰ ਲੌਜਿਕ ਨੂੰ ਤੁਸੀਂ ਕਹਿੰਦੇ ਹੋ ਡ੍ਰੌਪ ਕਰੇ ਬਿਨਾਂ ਸਪਿਰਿਚੁਅਲਿਟੀ ਸਮਝ ਨਹੀਂ ਆ ਸਕਦੀ। ਇਹ ਗੱਲ ਦੀ ਕੋਈ ਸੈਂਸ ਬਣਦੀ ਹੈ? ਪਿਆਰ ਕਰਦੇ ਹੋ ਨਾ ਕਿਸੇ ਨਾਲ, ਮੁਹੱਬਤ ਕੀਤੀ ਕਿਸੇ ਨਾਲ, ਇਸ਼ਕ ਕੀਤਾ ਕਿਸੇ ਨਾਲ, ਉਹਦੇ ਵਿੱਚ ਕੀ ਲੌਜਿਕ ਸੀਗਾ? ਕੋਈ ਲੌਜਿਕ ਨਹੀਂ, ਤਾਂ ਕੁਦਰਤੀ ਜਜ਼ਬਾ ਹੈ। इश्क है मेरी जिंदगी, इश्क है मेरी बंदगी, मुझे अपने दिल में शामिल कर, मुझे मंदिर मस्जिद का झांका न दे। मेरे दिल में है आतिश इश्क, मेरी आग तुझको जला न दे। मैं गरीब नहीं हूं, फकीर हूं, मैं कलंदरों का अमीर हूं, मुझे तुझसे कुछ नहीं चाहिए, मुझे मांगने की अदा न दे। ये जो मांगता है ना साहब, ये लॉजिक मांगता है। जो मोहब्बत है, जो इश्क है, वो जो रास्ता है जो गुरु गोबिंद सिंह ने किया, जिन प्रेम की तेन ही प्रभ पायो, उस रास्ते ते जान ले ये दीवा जगना पैंदा है। और दीवा इश्क दा है, एक गुरु दे नाल प्यार है, मोहब्बत है। और साहब जो भी मूल है, जो भी सच्चा है, ਉਹਦਾ ਕੋਈ ਲੌਜਿਕ ਨਹੀਂ ਹੈ। ਐਕਚੁਅਲੀ ਪਰਮਾਤਮਾ ਦਾ ਕੋਈ ਲੌਜਿਕ ਨਹੀਂ ਹੈਗਾ, ਤੁਹਾਡੀ ਹੋਣ ਦਾ ਕੋਈ ਲੌਜਿਕ ਨਹੀਂ ਹੈਗਾ। ਤੁਸੀਂ ਕਿੱਥੋਂ ਆਏ ਹੋ? ਇਸ ਲਈ ਲੌਜਿਕ ਇਜ਼ ਦ ਫਸਟ ਸਟੈਪ, ਇਟਸ ਅ ਲੈਡਰ। ਇਹਦੇ ਲਈ ਨਾ ਭਗਵਾਨ ਨੇ ਇੱਕ ਬੁੱਕ ਲਿਖੀ ਸੀ, ਸੰਭੋਗ ਸੇ ਸਮਾਧੀ ਕੀ ਔਰ। ਆਈ ਕੈਨ ਕਾਲ ਇਟ ਲੌਜਿਕ, a journey from logic to unlogic or beyond logic। ਇਹਨੂੰ ਵੱਖਰੇ ਤਰੀਕੇ ਨਾਲ ਦੇਖ ਸਕਦੇ ਅਸੀਂ, ਕਿਉਂਕਿ ਅਗਰ ਮੈਂ ਸਿਰਫ ਇਹ ਛੋਟੀ ਚੀਜ਼ ਨੂੰ ਸਮਝ ਸਕਦਾ ਹੈ ਤੇ ਇਹ ਵੀ ਇੱਕ ਆਧਾਰ ਹੈ, ਇੱਕ ਹੀ ਪੌੜੀ ਹੈ ਉੱਥੇ ਤੱਕ ਪਹੁੰਚਣ ਦੀ। ਤੁਹਾਨੂੰ ਯੂਜ਼ ਕਰੋ, ਕਿਸੇ ਵੀ ਚੀਜ਼ ਨੂੰ ਇਸਤੇਮਾਲ ਕਰ ਸਕਦੇ ਹੈ ਆਪਣੇ ਆਪ ਨੂੰ ਪਾਲਣ ਲਈ, ਆਪਣੇ ਆਪ ਨੂੰ ਜਾਣਨ ਲਈ, ਉਸ ਪਰਮਾਤਮਾ ਦੀ ਰੂਹ ਦੇ ਵਿੱਚ ਜਾਣ ਲਈ। ਰਾਸਤਾ ਤਾਂ ਉਹੀ ਹੈ ਸਾਹਿਬ, ਹੋਰ ਤਾਂ ਕੋਈ ਰਾਸਤਾ ਹੈ ਨਹੀਂ। ਸੋ ਅਖੀਰਲੀ ਮੇਰੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਉਹ ਆ ਕਿ ਜਿਹੜਾ ਮੌਤ ਦਾ ਭਰਮ ਹੈ, ਕੀ ਇਹ ਵਾਕਈ ਭਰਮ ਹੈ? ਮੌਤ ਤਾਂ ਹੁਣ ਤਲਖ ਹਕੀਕਤ ਤੁਹਾਨੂੰ ਸਾਹਮਣੇ ਦਿਸਦੀ ਹੈ। ਜਿਹੜੇ ਲੋਕ ਸਾਡੇ ਨਾਲ ਵਿਚਰ ਰਹੇ ਹੁੰਦੇ ਆ, ਉਹ ਅਚਾਨਕ ਆਪਣੀ ਜ਼ਿੰਦਗੀ ਮੁਕੰਮਲ ਕਰਕੇ ਚਲੇ ਜਾਂਦੇ ਆ, ਤਾਂ ਮੌਤ ਹੋ ਜਾਂਦੀ ਉਹਨਾਂ ਦੀ। ਇਹ ਕੀ ਵਜ੍ਹਾ ਕਿ ਇਹ ਇਲੂਜ਼ਨ ਸਮਝਿਆ ਜਾ ਰਿਹਾ? आगा हूं इस मौत से, मैं बेखबर नहीं, यही तुम दस रहे हो ना। मैंने पास है सामान 100 बरस का, इस लम्हे की खबर नहीं, इस वक्त एहसास की मैं बात करता हूं। मौत तो साहब गुरु नानक जी कहते हर साथ हो रही है, सा आ रहा है, जा रहा है, जुग गया, मौत हो गई। असि 84 लाख जुड़ा जी के आ गए ना, किन्ने बार मरे असी। लेकिन भगवान यही तो कहते सी, जो तुम ध्यान करते हो, तुहाडे अंदर एक जागृति हुंदी है, तुहाडे अंदर एक देखण वाला पैदा हो जाता है, जो है ਉਹਦੇ ਵਿੱਚ जान आ जाती है। तुसीं सोने हो तो जागदा है।
ਉਹਨੂੰ ਨਿੰਦਰ ਯੋਗ ਕਹਿੰਦੇ। ਇੱਕ ਹੋਰ ਉਹਨਾਂ ਨੇ ਯੋਗ ਕੱਢਿਆ ਭਗਵਾਨ ਨੇ, ਮ੍ਰਿਤਯੂ ਯੋਗ। ਜਦੋਂ ਮੌਤ ਆਏ ਨਾ ਤਾਂ ਤੁਸੀਂ ਜਾਗ ਜਾਓ, ਔਰ ਜੋ ਜਾਗ ਗਿਆ ਉਹਨੂੰ ਫਿਰ ਮੌਤ ਨਹੀਂ ਹੈ। ਕਦੋਂ ਤੱਕ ਲੋਕਾਂ ਤੋਂ ਪਾਠ ਪੜਵਾਈ ਜਾਓਗੇ, ਕਦੋਂ ਤੱਕ ਬਾਰਡੋਸ ਕਰਾਈ ਜਾਓਗੇ ਦੂਜਿਆਂ ਤੋਂ, ਕਦੋਂ ਤੱਕ ਦਾਨ ਦੇਈ ਜਾਓਗੇ ਦੂਸਰਿਆਂ ਨੂੰ ਮਰ ਕੇ? ਤੁਸੀਂ ਬੇਹੋਸ਼ੀ 'ਚ ਮਰੇ ਹੋ, ਬੇਹੋਸ਼ੀ 'ਚ ਜਨਮ ਲਓਗੇ। ਹੋਸ਼ ਵਿੱਚ ਮਰੋਗੇ, ਹੋਸ਼ ਵਿੱਚ ਅਗਰ ਮਰੇ ਤਾਂ ਤੁਹਾਡਾ ਦਰ ਉੱਚਾ ਹੋਏਗਾ, ਔਰ ਮੋਸਟ ਪ੍ਰੋਬੇਬਲੀ ਤੁਸੀਂ ਫਿਰ ਮੌਤ ਨੂੰ ਨਹੀਂ ਦੇਖੋਗੇ। ਇਹ ਜੋ ਗਿਆਨ ਹੈ, ਇਹ ਜੋ ਧਿਆਨ ਹੈ, ਇਸ ਪਾਸੇ ਨੂੰ ਤੁਰਨਾ ਹੈ ਕਿ मैंने जागना है, मैंने जानना है कि मैं कौन हूं, मैं कहां से आया हूं। और जो ध्यान है ਇਹ ਤੁਹਾਨੂੰ ਜਗਾਉਂਦਾ ਹੈ, ਇਹ ਸੰਸਾਰ ਤੁਹਾਨੂੰ ਸੁਲਾਉਂਦਾ ਹੈ। ਇਹ ਗੁਰਮੁਖ ਔਰ ਮਨਮੁਖ ਦੇ ਵਿੱਚ ਫਰਕ ਐਸਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਜੋ ਗੁਰਮੁਖ ਹੈ ਉਹ ਗੁਰੂ ਦੀ ਗੱਲਾਂ ਨੂੰ ਮੰਨਦਾ ਹੈ ਦਿਲੋਂ। ਅਗਰ ਗੁਰੂ ਕਹਿੰਦਾ ਹੈ ਕਿ ਮੌਤ ਨਹੀਂ ਹੈ ਤਾਂ ਫਿਰ ਨਹੀਂ ਹੈ, ਇਸ ਗੱਲ ਨੂੰ ਮੰਨਣਾ ਪਏਗਾ। ਉਹਨੂੰ ਲੌਜਿਕ ਦੇਣਾ ਜਾਂ ਤਰਕ ਦੇਣਾ ਠੀਕ ਨਹੀਂ। ਹਾਂਜੀ। ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ? ਅਖੀਰ 'ਚ ਇਹੀ ਕਹਿਣਾ ਚਾਹੂੰਗਾ ਕਿ ਬਹੁਤ ਬਾਰ, ਬਹੁਤ ਜਨਮ ਤੁਸੀਂ ਭਟਕ ਚੁੱਕੇ ਹੋ। ਗੋਬਿੰਦ ਮਿਲਨ ਕੀ ਹੈ ਤੇਰੀ ਵਰੀਆ। ਅਨਮੋਲ ਜਨਮ ਨੂੰ ਗਵਾਓ ਨਾ। ਹੋਸ਼ ਵਿੱਚ ਆਓ, ਧਿਆਨ ਵਿੱਚ ਆਓ, ਜਾਣੋ ਕਿ ਮੈਂ ਇੱਥੇ ਕਿਉਂ, what is the purpose of my life is, why I am here। ਇਹ ਸਵਾਲ ਪੁੱਛੋ, ਡੂੰਘੇ ਸਵਾਲ ਪੁੱਛੋ ਆਪਣੇ ਆਪ ਤੋਂ। ਇਹ ਤੁਹਾਡੇ ਅੰਦਰ ਇੱਕ ਚਾਹ, ਇੱਕ ਜਾਣਨ ਦੀ ਕੋਸ਼ਿਸ਼ ਪੈਦਾ ਕਰੇਗੀ। ਔਰ ਜਦੋਂ ਤੁਸੀਂ ਤਿਆਰ ਹੋਵੋਗੇ ਗੁਰੂ ਤੁਹਾਡੇ ਸਾਹਮਣੇ ਆ ਜਾਏਗਾ, ਤੁਹਾਨੂੰ ਲੱਭਣ ਦੀ ਜ਼ਰੂਰਤ ਨਹੀਂ। ਪਰਮਿੰਦਰ ਜੀ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ ਟੂ ਐਵਰੀਵਨ। ਥੈਂਕਸ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.